ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ 'ਤੇ ਅਰਥ ਕਰਾਂਗੇ। ਅੱਜ 163ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਾਲਾ ਮਹੱਲਾ ਚੌਥਾ। ਮੋਕੋ ਏ ਬਿਦ ਕੋ ਸਮਝਾਵੇ, ਕਰਤਾ ਹੋਏ ਜਨਾਵੇ ਰਹਾਓ। ਮੋਕੋ ਏ ਬਿਦ ਕੋ ਸਮਝਾਵੇ, करता होए जनावे रहाओ। अनजानत किछ इनो कमानो, जब तब कुछ न साधा। दै दिस लै मन दोहरायो, कवन कर्म कर बाधा। मन तन धन भूम का ठाकर, हों इसका ए मेरा। परम मोह कुछ सूझस नाही, ए पैखर पै पैरा। ताबे कहा कमावन परया, जब ए कुछ न होता। जब एक निरंजन निरंकार प्रभ, सब कुछ आपे करता। अपने कर्तव्य आपे जाने, जिन्ने रचन रचाया। कौ नानक करनहार है आपे, सतगुर परम चुकाया। अपने कर्तव्य आपे जाने, जिन्ने रचन रचाया। कौ नानक करनहार है आपे, ਸਤਿਗੁਰ ਭਰਮ ਚੁਕਾਇਆ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਗੁਰਮੁਖੋ, ਮੇਰੀ ਇਹ ਬੇਨਤੀ ਹੈ ਜੀ ਕਿ ਮੈਨੂੰ ਕੋਈ ਕਰਤਾ ਪੁਰਖ ਪਰਮੇਸ਼ਰ ਨਾਲ ਮਿਲਾ ਦੇਵੇ ਜੀ, ਮੇਰੀ ਲਿਵ ਲਗਵਾ ਦੇਵੇ ਜੀ। ਉਸ ਦਾ ਤਰੀਕਾ, ਉਸ ਦੀ ਵਿਧੀ ਮੈਨੂੰ ਸਮਝਾ ਦੇਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਜਿਹੜੇ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਕਰਤਾ ਪੁਰਖ ਰੂਪ ਹੋ ਗਏ ਹਨ ਜੀ, ਫਿਰ ਗੁਰੂ ਜੀ ਕਹਿੰਦੇ ਹਨ ਸਹੀ ਅਰਥਾਂ ਵਿੱਚ ਉਹ ਗੁਰਮੁਖ ਹੀ ਸਤਿਗੁਰ ਤੇ ਇਸ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਗਿਆਨ ਨੂੰ ਸਮਝ ਸਕਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਅਣਜਾਣਪੁਣੇ ਵਿੱਚ ਕੁਝ ਇਨੇ ਕਮਾਵੇ ਭਾਵ ਬਿਨਾਂ ਜਾਣਿਆ ਇਸ ਜੀਵ ਨੇ ਜੋ ਕਰਮ ਕਮਾਇਆ ਹੈ ਜੀ, ਭਾਵ ਮਾਇਆਵੀ ਵਿਕਾਰ ਕੀਤੇ ਹਨ ਜੀ। ਇਹ ਗੁਰੂ ਜੀ ਸਵਾਲ ਪੁੱਛ ਰਹੇ ਹਨ ਇਸ ਪੰਕਤੀ 'ਚ ਕਿ ਇਹ ਦੱਸੋ ਬਿਨਾਂ ਜਾਣੇ ਤੇ ਇਸਨੇ ਇਹ ਕਰਮ ਕਮਾਏ ਹਨ। ਫਿਰ ਗੁਰੂ ਜੀ ਕਹਿੰਦੇ ਹਨ ਉਹ ਇਸ ਤਰ੍ਹਾਂ ਹੈ ਜੀ ਕਿ ਜਪ ਤਪ ਸੰਜਮ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦਾ ਸਾਧ ਕਰਮ ਇਸਨੇ ਕੁਝ ਵੀ ਨਹੀਂ ਸਾਧਿਆ ਜੀ, ਜੋ ਕਿ ਸਾਡਾ ਅਸਲ ਮੂਲ ਹੈ ਜੀ। ਇਸ ਜਨਮ ਵਿੱਚ ਆ ਕੇ ਇਹ ਜੀਵ ਇਹ ਸਭ ਕੁਛ ਭੁੱਲਾ ਬੈਠਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਆਪਣੇ ਮਨ ਨੂੰ ਲੈ ਕੇ ਚਾਰੇ ਦਸਾਂ ਦਿਸ਼ਾ ਵਿੱਚ ਭਜਾਉਂਦਾ ਫਿਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਦੱਸੋ ਇਹਨਾਂ ਜੀਵਾਂ ਨੇ ਮਾਇਆਵੀ ਕਰਮਾਂ ਕਰਕੇ ਇਹ ਮਨ ਜੀਵ ਜਨਮ ਮਰਨ ਦੇ ਬੰਧਨਾਂ ਵਿੱਚ ਬੱਧਾ ਗਿਆ ਹੈ ਜੀ। ਭਾਵ ਇਹ ਜੀਵ ਆਪਣੇ ਮਾਇਆਵੀ ਕੰਮਾਂ ਕਰਕੇ ਕਰਮਾਂ ਕਰਕੇ ਜਨਮ ਮਰਨ ਦੇ ਚੱਕਰ ਵਿੱਚ ਪੈ ਗਿਆ ਹੈ ਜੀ। ਫਿਰ ਗੁਰੂ ਜੀ ਉਸ ਦਾ ਉੱਤਰ ਦਿੰਦੇ ਹਨ ਕਿ ਜੀਵ ਆਪਣੇ ਅਗਿਆਨਤਾ ਦੇ ਹਨੇਰੇ ਉੱਤੇ ਅਤੇ ਹਉਮੈ ਵਿੱਚ ਇਹ ਆਖਦਾ ਹੈ ਜੀ ਕਿ ਮੇਰਾ ਮਨ ਤਨ ਧਨ ਅਤੇ ਘਰਾਂ ਦਾ ਧਰਤੀ ਦਾ ਮੈਂ ਹੀ ਮਾਲਕ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਧਨ ਪਦਾਰਥ ਮੈਂ ਕਮਾਏ ਹਨ ਜੀ, ਉਸ ਦਾ ਮਾਲਕ ਮੈਂ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਜੀਵ ਨੂੰ ਮੇਰਾ ਮੋਹ ਮਾਇਆ ਮੇਰਾ
ਹਉਮੈ, ਮਾਇਆਵੀ ਹੰਕਾਰ ਅਤੇ ਭਟਕਣਾ ਵਿੱਚ ਪੈ ਨੂੰ ਕੁਛ ਸੁਝਦਾ ਪੁੱਛਦਾ ਨਹੀਂ ਜੀ। ਭਾਵ ਇਹ ਹੰਕਾਰ ਵਿੱਚ ਕਿ ਇਹ ਮੈਂ ਹੀ ਸਭ ਕੁਛ ਕੀਤਾ ਹੈ, ਧਨ ਕਮਾਇਆ ਹੈ, ਜ਼ਮੀਨਾਂ ਘਰ ਇਕੱਠੇ ਕੀਤੇ ਹਨ, ਜੀਵ ਸੋਚਦਾ ਹੈ ਮੈਂ ਹੀ ਕਮਾਇਆ ਹੈ ਜੀ। ਇਹ ਇਸ ਵਿੱਚ ਇੰਨਾ ਖੁੱਭ ਜਾਂਦਾ ਹੈ ਜੀ ਕਿ ਇਹਨੂੰ ਫਿਰ ਕੁਛ ਹੋਰ ਨਜ਼ਰ ਨਹੀਂ ਆਉਂਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਬਸ ਇਹ ਹੀ ਸਭ ਤੋਂ ਵੱਡੀ ਗੱਲ ਹੈ ਜੀ। ਜਿਸ ਤਰ੍ਹਾਂ ਗੁਰੂ ਜੀ ਕਹਿੰਦੇ ਹਨ ਪਾਖਰ ਪੈ ਪਹਿਰਾ, ਭਾਵ ਜਿਸ ਤਰ੍ਹਾਂ ਪਸ਼ੂਆਂ ਨੂੰ ਅੱਖਾਂ 'ਤੇ ਕੱਪੜਾ ਬੰਨ੍ਹ ਦਿੰਦੇ ਹਨ ਜੀ ਅਤੇ ਪੈਰਾਂ 'ਚ ਰੱਸੀ ਬੰਨ੍ਹ ਦਿੰਦੇ ਹਨ ਜੀ। ਪਹਿਰਾ ਭਾਵ ਪਹਿਰਾ ਪਾਖਰ, ਅਤੇ ਉਹ ਵਿਚਾਰੇ ਅਸੀਂ ਖੂਹਾਂ 'ਤੇ ਲੱਕੜ ਨਾਲ ਬੰਨ੍ਹ ਦਿੰਦੇ ਹਾਂ ਅਤੇ ਉਹ ਵਿਚਾਰੇ ਚੱਲਦੇ ਰਹਿੰਦੇ ਹਨ ਜੀ, ਆਲੇ ਦੁਆਲੇ ਘੁੰਮਦੇ ਰਹਿੰਦੇ ਹਨ ਜੀ ਤਾਂ ਕਿ ਥੱਲਿਓਂ ਪਾਣੀ ਖੂਹ ਦੇ ਵਿੱਚੋਂ ਨਿਕਲੀ ਜਾਏ। ਅਤੇ ਗੁਰੂ ਜੀ ਇਸ ਦੀ ਉਦਾਹਰਨ ਦੇ ਕੇ ਕਹਿੰਦੇ ਹਨ ਇਸੇ ਤਰ੍ਹਾਂ ਹੀ ਜੀਵ ਨੇ ਆਪਣੇ ਉੱਤੇ ਮਾਇਆਵੀ ਹੰਕਾਰ ਦੇ ਕੱਪੜਾ ਭਾਵ ਉਸ ਵਿੱਚ ਹੀ ਉਸਦੇ ਹੰਕਾਰ ਵਿੱਚ ਵੀ ਅੰਨਾ ਹੋਇਆ, ਆਪਣੇ ਆਪ ਨੂੰ ਅੰਨ੍ਹਿਆ ਕਰ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਦੋਂ ਇਹ ਜੀਵ ਕੁਝ ਨਹੀਂ ਸੀ ਹੁੰਦਾ, ਭਾਵ ਇਸ ਕੋਲ ਕੁਛ ਵੀ ਨਹੀਂ ਸੀ, ਜਦੋਂ ਇਸਦੀ ਕੋਈ ਹੋਂਦ ਨਹੀਂ ਸੀ, ਇਸ ਪਾਸ ਧਨ ਦੌਲਤ ਨਹੀਂ ਸਨ, ਫਿਰ ਗੁਰੂ ਜੀ ਕਹਿੰਦੇ ਹਨ ਤਦੋਂ ਇਹ ਧਨ ਪਦਾਰਥ ਕਮਾਉਣ ਵਿੱਚ ਹੀ ਲੱਗਾ ਪਿਆ, ਉਹੋ ਜਿਹੀ ਕਮਾਉਂਦਾ ਰਿਹਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਦੋਂ ਇੱਕ ਹੀ ਮਾਇਆ ਤੇ ਆਕਾਰ ਤੋਂ ਰਹਿਤ ਪਰਮੇਸ਼ਰ ਸਭ ਕੁਝ ਆਪ ਹੀ ਕਰਨ ਕਰਾਵਣ ਧਨ ਪਦਾਰਥ ਦੇਣ ਵਾਲਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਦੋਂ ਇਹ ਜੀਵ ਮਾਇਆਵੀ ਕਰਮ ਕਰਦਾ ਰਿਹਾ ਸੀ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਉਹ ਪਰਮੇਸ਼ਰ ਕਰਤਾ ਪੁਰਖ ਸਿਰਜਣਹਾਰ ਨੇ ਜਿਸ ਨੇ ਇਹ ਸ੍ਰਿਸ਼ਟੀ ਸਾਜੀ ਹੈ ਅਤੇ ਸਾਰਾ ਖੇਲ ਰਚਾਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਆਪਣੇ ਕਰਤਵਾਂ ਨੂੰ ਪਰਮੇਸ਼ਰ ਚੰਗੀ ਤਰ੍ਹਾਂ ਜਾਣਦਾ ਹੈ ਜੀ ਕਿ ਉਹਨੇ ਕੀ ਕਰਨਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਜਾਣਦੇ ਹਨ ਕਿ ਇਹ ਸਾਰੀ ਸ੍ਰਿਸ਼ਟੀ ਸਾਜ ਕੇ ਇਹ ਖੇਲ ਉਸ ਦਾ ਹੀ ਰਚਾਇਆ ਹੈ ਜੀ। ਉਹ ਆਪਣੇ ਡਿਊਟੀ ਆਪਣੇ ਕੰਮ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਜੀਵ ਤੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਸਤਿਗੁਰ ਨਾਲ ਜੁੜ ਤਾਂ ਹੀ ਤੇਰੇ ਸਾਰੇ ਅਗਿਆਨਤਾ ਦੇ ਭਰਮ ਸਤਿਗੁਰੂ ਦੂਰ ਕਰ ਦੇਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਸਿਰਜਣਹਾਰ ਕਰਨਹਾਰ ਕਰਤਾ ਪੁਰਖ ਨੇ ਇਹ ਸਭ ਕੁਝ ਆਪ ਹੀ ਰਚਾਇਆ ਹੈ ਜੀ ਅਤੇ ਆਪੇ ਹੀ ਕਰਨਹਾਰ ਹੈ ਜੀ, ਅਤੇ ਇਹ ਹੀ ਉਸਦੇ ਦਾ ਕਰਤੱਵ ਹੈ ਜੀ। ਅਸੀਂ ਤਾਂ ਇੱਕ ਮਾਮੂਲੀ ਜਿਹੇ ਉਸ ਦਾ ਅੰਸ਼ ਹਾਂ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਦੱਸਦੇ ਹਨ ਉਸ ਪਰਮੇਸ਼ਰ ਦਾ ਹੁਕਮ ਇੱਕ ਅਜਬ ਕੌਤਕ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਦੀ ਅੰਤਰਗਤੀ ਨੂੰ ਉਹ ਆਪ ਹੀ ਜਾਣਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੰਮਣ ਮਰਨ ਅਤੇ ਭਰਮ ਦੇ ਬੰਧਨ ਮਾਇਆਵੀ ਕਰਮਾਂ ਨਾਲ ਇਹ ਬੰਧਨ ਨਹੀਂ ਟੁੱਟਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਤਿਗੁਰੂ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਅਤ ਮਿਹਰ ਕਿਰਪਾ ਨਾਲ ਅਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਇਹ ਕਰਮ ਟੁੱਟਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮਨੁੱਖ ਮਾਇਆਵੀ ਕਰਮਾਂ ਦਾ ਇਤਨਾ ਕੈਦੀ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਸਲ ਤੱਤ ਨੂੰ ਇਹ ਸਮਝਣ ਦੀ ਕੋਸ਼ਿਸ਼ ਯਤਨ ਨਹੀਂ ਕਰਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਹ ਜੀਵ ਮਾਇਆ
ਮੋਹ ਅਤੇ ਭਰਮਾਂ ਦੇ ਬੰਧਨਾਂ ਵਿੱਚ ਇਤਨਾ ਜਕੜਿਆ ਹੋਇਆ ਹੈ ਜੀ ਕਿ ਇਸ ਨੂੰ ਕਰਤਾ ਪੁਰਖ ਸਿਰਜਣਹਾਰ ਪਰਮੇਸ਼ਰ ਯਾਦ ਹੀ ਨਹੀਂ ਰਹਿੰਦਾ ਹੈ ਜੀ। ਇਹ ਆਪਣੇ ਆਪ ਨੂੰ ਹੀ ਕਰਤਾ ਮੰਨੀ ਬੈਠਾ ਹੈ ਜੀ। ਸੋ ਸਿਧਾਂਤ ਇਹ ਹੈ ਜੀ ਕਿ ਇਹ ਸੱਚੇ ਗੁਰਸ਼ਬਦ ਰੂਪ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਤੋਂ ਬਿਨਾਂ ਇਸ ਬਾਰੇ ਇਸ ਨੂੰ ਕੁਛ ਸੋਝੀ ਨਹੀਂ ਹੋ ਸਕਦੀ ਜੀ। ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਮਾਇਆਵੀ ਅਗਿਆਨਤਾ ਦਾ ਭਰਮ ਦੂਰ ਹੋ ਸਕਦਾ ਹੈ ਜੀ। ਜਿਸ ਤਰ੍ਹਾਂ ਗੁਰੂ ਜੀ ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ ਸਾਨੂੰ ਦੱਸਦੇ ਹਨ, ਆਪਣੇ ਕਰਤੱਵ ਆਪੇ ਜਾਣੇ ਜਿਨ ਇਹ ਰਚਨ ਰਚਾਇਆ। ਆਪਣੇ ਕਰਤੱਵ ਆਪੇ ਜਾਣੇ ਜਿਨੇ ਰਚਨ ਰਚਾਇਆ। ਕਹੋ ਨਾਨਕ ਕਰਨਹਾਰ ਹੈ ਆਪੇ ਸਤਿਗੁਰ ਭਰਮ ਚੁਕਾਇਆ। ਕਹੋ ਨਾਨਕ ਕਰਨਹਾਰ ਹੈ ਆਪੇ ਸਤਿਗੁਰ ਭਰਮ ਚੁਕਾਇਆ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।